Hello students, how are you? We are reading third lesson of studies. Today we will complete the summary of this lesson. We have read so far. ਇੱਥੋਂ ਤੱਕ ਅਸੀਂ ਪੜ੍ਹ ਚੁੱਕੇ ਹਾਂ. According to Bacon, every book should not be read with the same interest and concentration. ਬੈਕਨ ਦੇ ਅਨੁਸਾਰ ਹਰੇਕ ਪੁਸਤਕ ਨੂੰ ਹਰੇਕ ਪੁਸਤਕ ਨੂੰ ਸਮਾਨ ਰੁਚੀ ਔਰ ਕੌਨਸੈਂਟਰੇਸ਼ਨ ਇਕਾਗਰਤਾ ਦੇ ਨਾਲ ਨਹੀਂ ਪੜ੍ਹਨਾ ਚਾਹੀਦਾ. ਦੇਰ ਆਰ ਬੁੱਕਸ ਐਂਡ ਬੁੱਕਸ ਇਨ ਦੀ ਵਰਲਡ. ਸੰਸਾਰ ਵਿੱਚ ਬਹੁਤ ਸਾਰੀਆਂ ਪੁਸਤਕਾਂ ਹੀ ਪੁਸਤਕਾਂ ਹਨ. ਦੇਰ ਆਰ ਗੁੱਡ ਬੁੱਕਸ ਐਂਡ ਬੈਡ ਬੁੱਕਸ. ਚੰਗੀਆਂ ਪੁਸਤਕਾਂ ਵੀ ਹਨ ਔਰ ਮਾੜੀਆਂ ਪੁਸਤਕਾਂ ਵੀ. ਵੈਲ ਰਿਟਨ ਬੁੱਕਸ ਐਂਡ ਬੈਡਲੀ ਰਿਟਨ ਬੁੱਕਸ. ਐਜ਼ ਦਿਸ ਸੇ, ਪੁਸਤਕਾਂ ਚੰਗੀਆਂ ਪੁਸਤਕਾਂ ਵੀ ਲਿਖੀਆਂ ਗਈਆਂ ਹਨ ਔਰ ਮਾੜੀਆਂ ਲਿਖੀਆਂ ਹੋਈਆਂ ਪੁਸਤਕਾਂ ਵੀ ਹੁੰਦੀਆਂ ਹਨ, ਜਿਵੇਂ ਕਿ ਲੋਕ ਕਹਿੰਦੇ ਹਨ. ਦੇਰ ਆਰ ਬੁੱਕਸ ਆਫ ਹਾਈ ਕੁਆਲਿਟੀ ਐਂਡ ਬੁੱਕਸ ਆਫ ਲੋ ਕੁਆਲਿਟੀ. ਉੱਚ ਦਰਜੇ ਦੀਆਂ ਪੁਸਤਕਾਂ ਹੁੰਦੀਆਂ ਹਨ ਔਰ ਘਟੀਆ ਦਰਜੇ ਦੀਆਂ ਪੁਸਤਕਾਂ ਵੀ ਹੁੰਦੀਆਂ ਹਨ. ਟਾਈਮ ਔਨ ਬੁੱਕਸ ਸ਼ੁੱਡ ਬੀ ਸਪੈਂਟ ਅਕੋਰਡਿੰਗ ਟੂ ਦੇਅਰ ਕੁਆਲਿਟੀ. ਔਰ ਪੁਸਤਕਾਂ ਉੱਪਰ ਜੋ ਸਮਾਂ ਹੈ ਉਹ ਉਹਨਾਂ ਦੀ ਕੁਆਲਿਟੀ ਦੇ ਅਨੁਸਾਰ, ਉਹਨਾਂ ਦੇ ਗੁਣ ਦੇ ਅਨੁਸਾਰ ਉਸ ਉੱਪਰ ਖਰਚ ਕਰਨਾ ਚਾਹੀਦਾ ਹੈ. ਬੈਕਨ ਬਿਊਟੀਫੁਲੀ ਰਿਮਾਰਕਸ. ਬੈਕਨ ਨੇ ਸੋਹਣੇ ਤਰੀਕੇ ਨਾਲ ਕਿਹਾ ਹੈ, ਸਮ ਬੁੱਕਸ ਆਰ ਟੂ ਬੀ ਟੇਸਟਡ. ਕੁਝ ਪੁਸਤਕਾਂ ਦਾ ਸਵਾਦ ਚੱਖਣਾ ਚਾਹੀਦਾ ਹੈ. ਅਦਰਸ ਟੂ ਬੀ ਸਵੈਲੋਡ. ਕੁਝ ਨੂੰ ਨਿਗਲ ਜਾਣਾ ਚਾਹੀਦਾ ਹੈ. ਐਂਡ ਸਮ ਫਿਊ ਟੂ ਬੀ ਚਿਊਡ ਐਂਡ ਡਾਈਜੈਸਟਡ. ਔਰ ਕੁਝ ਥੋੜ੍ਹੀਆਂ ਜਿਹੀਆਂ ਪੁਸਤਕਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਚਬਾਉਣਾ ਔਰ ਹਜ਼ਮ ਕਰਨਾ ਚਾਹੀਦਾ ਹੈ. ਇਟ ਮੀਨਸ ਦੈਟ ਸਮ ਬੁੱਕਸ ਸ਼ੁੱਡ ਬੀ ਰੈਡ ਇਨ ਪਾਰਟਸ. ਇਸ ਦਾ ਮਤਲਬ ਇਹ ਹੈ ਕਿ ਕੁਝ ਪੁਸਤਕਾਂ ਨੂੰ ਹਿੱਸਿਆਂ ਦੇ ਵਿੱਚ ਪੜ੍ਹਨਾ ਚਾਹੀਦਾ ਹੈ. ਸਿਰਫ ਉਹਨਾਂ ਦੇ ਕੁਝ ਪਾਰਟ, ਕੁਝ ਹਿੱਸੇ ਪੜ੍ਹ ਲੈਣੇ ਚਾਹੀਦੇ ਹਨ. ਦੇ ਆਰ ਗੁੱਡ ਇਨ ਪਾਰਟਸ ਓਨਲੀ. ਔਰ ਉਹ ਹਿੱਸਿਆਂ ਵਿੱਚ ਹੀ ਚੰਗੀਆਂ ਹੁੰਦੀਆਂ ਹਨ. ਉਹਨਾਂ ਨੂੰ ਪੂਰਾ ਪੜ੍ਹਨ ਦੀ ਲੋੜ ਨਹੀਂ ਹੈ, ਉਹ ਸਿਰਫ ਪਾਰਟ ਦੇ ਵਿੱਚ ਹੀ ਚੰਗੀਆਂ ਹੁੰਦੀਆਂ ਹਨ. ਸਮ ਬੁੱਕਸ ਸ਼ੁੱਡ ਬੀ ਸਵੈਲੋਡ. ਔਰ ਕੁਝ ਪੁਸਤਕਾਂ ਨੂੰ ਨਿਗਲ ਜਾਣਾ ਚਾਹੀਦਾ ਹੈ. ਵੀ ਸ਼ੁੱਡ ਗੋ ਥਰੂ ਦੈਮ ਹਰਡਲੀ. ਉਹਨਾਂ ਨੂੰ ਕਾਹਲੀ ਕਾਹਲੀ ਪੜ੍ਹਨਾ ਚਾਹੀਦਾ ਹੈ. ਦੇ ਡੋਂਟ ਡਿਜ਼ਰਵ ਆਵਰ ਟਾਈਮ ਐਂਡ ਕੌਨਸੈਂਟਰੇਸ਼ਨ. ਕਿਉਂਕਿ ਉਹ ਡਿਜ਼ਰਵ ਨਹੀਂ ਕਰਦੀਆਂ, ਕਿਉਂਕਿ ਉਹ ਹੱਕ ਨਹੀਂ ਰੱਖਦੀਆਂ ਸਾਡੇ ਟਾਈਮ ਦਾ ਔਰ ਸਾਡੀ ਇਕਾਗਰਤਾ ਦਾ. ਉਹ ਸਾਡੇ ਸਮੇਂ ਔਰ ਇਕਾਗਰਤਾ ਦੀਆਂ ਹੱਕਦਾਰ ਨਹੀਂ ਹੁੰਦੀਆਂ. ਬਟ ਸਮ ਬੁੱਕਸ ਆਰ ਆਫ ਆ ਵੈਰੀ ਹਾਈ ਕੁਆਲਿਟੀ. ਔਰ ਕੁਝ ਪੁਸਤਕਾਂ ਉੱਤਮ ਗੁਣਾਂ ਵਾਲੀਆਂ ਹੁੰਦੀਆਂ ਹਨ, ਹਾਈ ਕੁਆਲਿਟੀ ਵਾਲੀਆਂ ਹੁੰਦੀਆਂ ਹਨ ਔਰ ਉਹਨਾਂ ਨੂੰ ਪੜ੍ਹਨਾ ਚਾਹੀਦਾ. ਵੀ ਮਸਟ ਰੀਡ ਦੈਮ ਫੁੱਲ ਕੌਨਸੈਂਟਰੇਸ਼ਨ. ਪੂਰੀ ਇਕਾਗਰਤਾ ਦੇ ਨਾਲ ਪੜ੍ਹਨਾ ਚਾਹੀਦਾ ਹੈ. ਵੀ ਮਸਟ ਡਾਈਜੈਸਟ ਦੈਮ. ਸਾਨੂੰ ਉਹਨਾਂ ਨੂੰ ਹਜ਼ਮ ਕਰਨਾ ਚਾਹੀਦਾ ਹੈ. ਅਸੈਮੀਲੇਟ ਦੈਮ. ਔਰ ਉਹਨਾਂ ਨੂੰ ਮਨ ਦੇ ਵਿੱਚ ਰਚਾ ਲੈਣਾ ਚਾਹੀਦਾ ਹੈ. ਉਹਨਾਂ ਨੂੰ ਮਨ ਦੇ ਵਿੱਚ ਛਾਪ ਲੈਣਾ ਚਾਹੀਦਾ ਹੈ. ਬਟ ਦੇਰ ਆਰ ਸਰਟੇਨ ਬੁੱਕਸ ਵਿਚ ਨੀਡ ਨਾਟ ਬੀ ਰੀਡ ਇਨ ਓਰੀਜਨਲ. ਪਰੰਤੂ ਕੁਝ ਪੁਸਤਕਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਮੌਲਿਕ ਰੂਪ ਵਿੱਚ ਪੜ੍ਹਨ ਦੀ ਲੋੜ ਨਹੀਂ. ਰੀਡਿੰਗ ਦੈਮ ਥਰੂ ਨੋਟਸ. ਉਹਨਾਂ ਨੂੰ ਕਿਸ ਦੇ ਥਰੂ ਪੜ੍ਹਨਾ ਚਾਹੀਦਾ ਹੈ? ਨੋਟਸ ਬਣਾ ਕੇ. ਐਂਡ ਐਕਸਟਰੈਕਟਸ ਵਿਲ ਬੀ ਇਨਫ. ਔਰ ਉਹਨਾਂ ਦੇ ਜੋ ਅੰਸ਼ ਹੁੰਦੇ ਨੇ ਉਹੀ ਕਾਫੀ ਹੋਣਗੇ. ਸੱਚ ਬੁੱਕਸ ਆਰ ਰੀਡ ਥਰੂ ਪ੍ਰੋਕਸੀ. ਇਹਨਾਂ ਪੁਸਤਕਾਂ ਨੂੰ ਪ੍ਰੋਕਸੀ ਦੇ ਥਰੂ, ਕਿਸੇ ਹੋਰ ਵਿਅਕਤੀ ਦੇ ਥਰੂ ਪੜ੍ਹ ਲੈਣਾ ਚਾਹੀਦਾ ਹੈ. ਬੈਕਨ ਗੋਜ਼ ਔਨ ਟੂ ਸੇ. ਬੈਕਨ ਕਹਿਣਾ ਜਾਰੀ ਰੱਖਦਾ ਹੈ ਕਿ ਰੀਡਿੰਗ ਮੇਕਥ ਆ ਫੁੱਲ ਮੈਨ. ਜੋ ਰੀਡਿੰਗ ਹੈ ਉਹ ਆਦਮੀ ਨੂੰ ਸੰਪੂਰਨ ਬਣਾਉਂਦੀ ਹੈ. ਕਾਨਫਰੰਸ ਆ ਰੈਡੀ ਮੈਨ. ਔਰ ਜੋ ਗੱਲਬਾਤ ਹੈ ਉਹ ਤਤਪਰ ਬਣਾਉਂਦੀ ਹੈ. ਔਰ ਜੋ ਰਾਈਟਿੰਗ ਹੈ ਉਹ ਆਦਮੀ ਨੂੰ ਸ਼ੁੱਧ ਬਣਾਉਂਦੀ ਹੈ, ਐਗਜ਼ੈਕਟ. ਇਨ ਅਦਰ ਵਰਡਸ, ਦੂਸਰੇ ਸ਼ਬਦਾਂ ਦੇ ਵਿੱਚ, ਇਟ ਮੀਨਸ, ਇਸ ਦਾ ਮਤਲਬ ਹੈ ਕਿ ਰੀਡਿੰਗ ਡਿਵੈਲਪ. ਜੋ ਰੀਡਿੰਗ ਉਹ ਡਿਵੈਲਪ ਕਰਦੀ ਹੈ. ਰੀਡਿੰਗ ਜੋ ਹੈ ਵਿਕਾਸ ਕਰਦੀ ਹੈ. ਕਿਸ ਦਾ?
द मैंटल फैकल्टीज ऑफ मैन, आदमी दियाँ मानसिक गुणां का विकास करती है। कॉन्वरसेशन एंड डिस्कशन, और जो गलबात है और जो वार्तालाप है, मेक हिम क्विक विटड, उसनों हाजिर जवाबी बना देंदे हैं। और जो राइटिंग है, मेक्स हिम एन एक्यूरेट मैन, और जो राइटिंग है उसनों शुद्ध बना देंदी है। ही कैन कोट एग्जैक्ट फैक्ट एंड फिगर, और वो फिर कोट बने लिख सकता है, सही आंकड़े लिख सकता है, सही तथ्यां नूं लिख सकता है। स्टडीज़ हैव अ ग्रेट इन्फ्लुएंस ऑन द ह्यूमन माइंड, और जो स्टडी है वो ह्यूमन माइंड के उपर बहुत ज़्यादा असर करती है। हिस्टरी मेक्स मैन वाइज, जो हिस्टरी है वो आदमी नूं अकलमंद बनाती है। जो पोइट्री है मेक्स हिम विटी, उसनों हाजिर जवाबी बनाती है। और जो मैथेमैटिक्स है वो आदमी नूं सटल सूखम बनाता है। साइंस मेक्स मैन प्रोफाउंड एंड फिलोसफी मेक्स हिम सोबर एंड सीरियस, और जो विज्ञान है उसनों गहरा बनाता है, आदमी नूं गहरा बनाता है। और जो फिलोसफी है वो उसनों शांत और गंभीर बनाती है, जो फिलोसफी है। बुक्स हैव क्यूरेटिव पावर्स टू, बुक्स दे विच पावर होंदी है, शक्तियाँ होंदियां ने। किहड़ियां शक्तियाँ? रोग नाशक, क्यूरेटिव। फिजिकल एक्सरसाइज क्योर फिजिकल एलिमेंट्स, जो फिजिकल एक्सरसाइज है वो फिजिकल एलिमेंट्स का, जो सरीरक बीमारियां है उसनों दूर करदियां हन, उसका इलाज करदियां हन। और जदों कि जो स्टडीज़ है क्योर अ मैन ऑफ हिज मैंटल डेफिशिएंसीज, जो फिजिकल एक्सरसाइज है वो फिजिकल एलिमेंट्स नूं ठीक करती है। और जो स्टडीज़ है वो उसकी जो मैंटल डेफिशिएंसी, जो मानसिक कमजोरी है उसनूं ठीक करती है। और जो मैथेमैटिक्स है वो किस नूं ठीक करता है? लैक ऑफ कॉन्सनट्रेशन, और जो कॉन्सनट्रेशन की कमी है उसनूं दूर करता है। जो एकाग्रता की कमी है उसनूं मैथेमैटिक्स दूर करता है। इफ़ अ मैन कैनॉट फाइंड डिफरेंस, और जेकर एक आदमी डिफरेंस नूं पता नहीं कर सकता, जेकर एक आदमी डिफरेंस का पता नहीं कर सकता तो उसनूं स्टडी करनी चाहिए। ही शुड स्टडी, उसनूं किस दी स्टडी करनी चाहिए है? द फिलोसफर ऑफ द मिडल एजस, उसनूं मध्य युग के जो दार्शनिक ने उन्होंने स्टडी करना चाहिए है। सिमिलरली इफ अ मैन लैक्स रीजनिंग, और इस तरह जेकर आदमी दे विच रीजनिंग की कमी है, तर्क शक्ति की कमी है, तो ही शुड स्टडी, तो उसनूं किस दी स्टडी करनी चाहिए है? लॉ एंड लॉयर केसेस, तो उसनूं कानून और वकीलों के केस की स्टडी करनी चाहिए है। दस बैकन बिलीव्स, और इस तरह बैकन विश्वास करता है कि एवरी डिफैक्ट ऑफ द माइंड, कि माइंड के हर एक डिफैक्ट का कोई ना कोई इलाज है। बैकन बिलीव्स दैट एवरी डिफैक्ट ऑफ द माइंड हैज़ अ स्पेशल रेमेडी, बैकन की विश्वास करता है कि हर माइंड के हर डिफैक्ट का कोई ना कोई इलाज होंदा है। थैंक्स।